ਸਾਰੇ ਹੀ ਸਿੱਖਿਆਰਥੀਆਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ। ਪੰਜਾਬੀ ਲੈਕਚਰ ਕੇਡੀ ਸਰ ਪਰਿਵਾਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ। ਲੈਕਚਰਰ ਦੀਆਂ ਅਸਾਮੀਆਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਸ ਵਾਰ ਜਿਹੜੀ ਲੈਕਚਰਰ ਦੀ ਭਰਤੀ ਆਈ ਆਰਪੀਐਸਸੀ ਨੇ ਕੱਢੀ ਹੈ, ਉਹਦੇ ਵਿੱਚ 11 ਅਸਾਮੀਆਂ ਪੰਜਾਬੀ ਲਈ ਆਈ ਹੈ। ਇਹਦਾ ਜਿਹੜਾ ਵਿਵਰਣ ਹੈ ਉਹ ਇਸ ਤਰ੍ਹਾਂ ਹੈ ਕਿ 11 ਵੈਕੈਂਸੀਆਂ ਦੇ ਵਿੱਚੋਂ ਜਰਨਲ ਦੀ ਕੋਈ ਵੈਕੈਂਸੀ ਨਹੀਂ ਹੈ, ਜ਼ੀਰੋ ਹੈ। ਕਿਉਂਕਿ ਪਿਛਲੀ ਵਾਰ ਜਿਹੜੀ ਭਰਤੀ ਹੋਈ ਸੀ ਉਹਦੇ ਵਿੱਚ ਜਿਹੜੇ ਵਿਦਿਆਰਥੀ ਸੀ ਉਹਨਾਂ ਦੀ ਚੋਣ ਹੋਈ ਸੀ ਜਿਹੜੀ ਉਹ ਸਮਾਨਯ ਵਰਗ 'ਚ ਹੀ ਹੋਈ ਸੀ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਓਬੀਸੀ ਦੀਆਂ 2 ਸੀਟਾਂ ਹੈ, ਉਹ ਜਰਨਲ ਲਈ ਹੈ, ਯਾਨੀ ਉੱਥੇ ਮੁੰਡਾ ਕੁੜੀ ਕੋਈ ਵੀ ਲੱਗ ਸਕਦਾ ਹੈ। ਇੱਕ ਸੀਟ ਹੈ ਉਹ ਮਹਿਲਾ ਵਾਸਤੇ ਹੈਗੀ ਹੈ, ਲੇਡੀਜ਼ ਲਈ, ਔਰ ਇੱਕ ਸੀਟ ਵਿਡੋ ਲਈ ਹੈ। ਐਮਪੀਸੀ ਦੇ ਅੰਦਰ 2 ਸੀਟਾਂ ਹੈ, ਦੋਨੋਂ ਹੀ ਜਰਨਲ ਨੂੰ ਹੈ, ਮੁੰਡਾ ਕੁੜੀ ਕੋਈ ਵੀ ਲੱਗੇ। ਔਰ ਈਡਬਲਿਊਐਸ ਦੀ ਇੱਕ ਸੀਟ ਆਈ ਹੈ, ਐਸਸੀ ਦੀਆਂ 2 ਸੀਟਾਂ ਹੈ, ਔਰ ਐਸਟੀ ਦੀਆਂ ਇੱਕ ਜਰਨਲ ਦੀ ਸੀਟ ਹੈ ਔਰ ਇੱਕ ਕੁੜੀਆਂ ਲਈ ਰਾਖਵੀਂ ਹੈ। ਇਸ ਤਰੀਕੇ ਨਾਲ 11 ਅਸਾਮੀਆਂ ਆਈਆਂ ਨੇ। ਅਗਰ ਆਪਾਂ ਦੱਬ ਕੇ ਤਿਆਰੀ ਕਰੀਏ ਤਾਂ ਆਪਣਾ ਸਿਲੈਕਸ਼ਨ ਹੋ ਸਕਦਾ ਹੈ। ਔਰ ਇੱਕ ਹੋਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ, 325 ਅਸਾਮੀਆਂ ਅੰਗਰੇਜ਼ੀ ਲਈ ਆਈਆਂ ਔਰ ਇਸੇ ਲਈ ਸਾਡੇ ਵਿੱਚ ਸਾਡੇ ਨਾਲ ਅਸੀਂ ਅੰਗਰੇਜ਼ੀ ਦੇ ਪ੍ਰੋਫੈਸਰ ਰਾਜਿੰਦਰ ਪ੍ਰਸਾਦ ਧਾਂਗੜ ਜੀ ਨੂੰ ਬੁਲਾਇਆ ਇਸ ਮੰਚ ਦੇ ਉੱਤੇ ਕਿ ਉਹ ਆਪਣੇ ਜੋ ਵੀ ਆ ਵੀਡੀਓ ਵੇਖ ਰਹੇ ਹੈ ਉਹਨਾਂ ਨੂੰ ਆ ਦੱਸਣ ਕਿ ਤਿਆਰੀ ਕਿਸ ਤਰੀਕੇ ਨਾਲ ਕੀਤੀ ਜਾਵੇ। ਹੋਰ ਵੀ ਬਹੁਤ ਸਾਰੇ ਸਵਾਲ ਅਸੀਂ ਲਵਾਂਗੇ। ਪਹਿਲਾ ਸਵਾਲ ਰਾਜਿੰਦਰ ਜੀ सर। ਤਿਆਰੀ ਦੀ ਜਿਹੜੀ ਰਣਨੀਤੀ ਹੈ ਉਹ ਕੀ ਹੋਵੇ? First of all, thank you, sir, for inviting me on this platform, and I would like to congratulate all the students for this golden opportunity. This is a lifetime opportunity for the students, and now as the vacancy is out, and now it's our time to do our action. And as far as strategy is concerned, जहाँ तक strategy की बात करें, the first thing is that we should focus on the syllabus. The syllabus will be very soon, it will be out on the platform on the RPSC site. The first thing is that you should have your syllabus on your table. When you have syllabus, then you can move ahead how to prepare that syllabus. So the first of all, you should have your syllabus with you. At the moment, the syllabus is not on the site. The old syllabus is there. You can get an idea from that syllabus. ਪਾਠਕ੍ਰਮ ਹੈ, ਸਭ ਤੋਂ ਪਹਿਲੀ ਗੱਲ ਕਿ ਪਾਠਕ੍ਰਮ ਤੁਹਾਨੂੰ ਪਤਾ ਹੋਣਾ ਚਾਹੀਦਾ। ਪਾਠਕ੍ਰਮ ਨੂੰ ਜਿਹੜਾ ਪੁਰਾਣਾ ਪਾਠਕ੍ਰਮ ਉਹਨੂੰ ਡਾਊਨਲੋਡ ਕਰ ਲਓ, ਜਿੱਦੇ ਤੱਕ ਨਵਾਂ ਨਹੀਂ ਆਉਂਦਾ। ਜਿਵੇਂ ਹੀ ਨਵਾਂ ਆਏਗਾ ਉਹ ਪਾਠਕ੍ਰਮ ਆਪਣੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦਾਂਗੇ। ਜਿਵੇਂ ਹੀ ਅੱਜ ਆ ਵੈਕੈਂਸੀ ਆਈ ਸੀ ਉਵੇਂ ਹੀ ਵੈਕੈਂਸੀਆਂ ਆਉਂਦੇ ਹੀ ਅਸੀਂ ਆਪਣੇ ਟੈਲੀਗ੍ਰਾਮ ਚੈਨਲ ਤੇ ਪਾਤਾ ਸੀ। ਤੇ ਪਾਠਕ੍ਰਮ ਪਤਾ ਹੋਵੇ, ਪਾਠਕ੍ਰਮ ਨੂੰ ਸਾਹਮਣੇ ਰੱਖੋ ਔਰ ਉਸ ਹਿਸਾਬ ਨਾਲ ਆਪਣੇ ਟੌਪਿਕ ਚੁਣੋ ਔਰ ਤਿਆਰੀ ਕਰੋ। ਅਗਲੀ ਜਿਹੜੀ ਗੱਲ ਹੈਗੀ ਹੈ ਉਹ ਮੈਂ ਸਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਸਟੱਡੀ ਮਟੀਰੀਅਲ ਕਿਸ ਤਰੀਕੇ ਦੀ ਵਰਤੋਂ ਕੀਤੀ ਜਾਵੇ, ਕਿਹੜੇ ਨੋਟਸ ਵਗੈਰਾ ਪੜ੍ਹੇ ਜਾਣ, ਕੀ ਪੜ੍ਹਿਆ ਜਾਵੇ। ਯਾਨੀ ਆਪਾਂ ਬਿਲਕੁਲ ਸਹੀ ਤੇ ਚਸ਼ਮਾ ਪੜ੍ਹੀਏ ਕਿ ਜਿਸ ਨਾਲ ਨੰਬਰ ਆ ਜਾਏ। ਐਵੇਂ ਨਾ ਹੋਵੇ ਆਪਾਂ ਇੰਨਾ ਅਵਲਾ ਸਵਲਾ ਪੜ੍ਹ ਲਈਏ ਜਾਂ ਬਹੁਤ ਕੁਝ ਪੜ੍ਹ ਲਈਏ ਜਾਂ ਇੰਨਾ ਥੋੜਾ ਪੜ੍ਹੀਏ। ਕਿਸ ਤਰੀਕੇ ਦਾ ਸਟੱਡੀ ਮਟੀਰੀਅਲ ਹੋਵੇ? When you have your syllabus in front of you, then it comes to study material. Now, the first thing a candidate and aspirant should keep in his or her mind that he should study from the authentic material. जब आप पढ़ रहे हो तो जो standard books हैं, you should go for those books, standard books. You should only study the standard books. Don't go for the cheap books. Don't just rely on the guides and cheap books which are available on the market. The first mistakes most of the students do is just when the vacancy is out, they run to the bookshop. Bookshop पर जाते हैं और चीप मटेरियल जो है, कोई गाइड किसी की ये ले ली वो ले ली, एक बुक में सारा मटेरियल आ जाता है। They go for that material. That is not the way to prepare for the exams. Because just not prepare for the exams. एग्जाम पास करने के लिए तैयारी मत कीजिए। जैसे 3 इडियट में जो है कहा गया है, रन फॉर द एक्सीलेंस, डोंट रन फॉर द सक्सेस। एग्जाम तो अपने आप क्लियर हो जाएगा इफ यू हैव गुड मटेरियल विद यू। सो द फर्स्ट थिंग, स्टडी फ्रॉम द ऑथेंटिक बुक्स।
Oxford books, Cambridge books, just like Rain Martin books are from R.P. Sina from Oxford University. So go for those books. Then you will get the correct knowledge, deep knowledge. Deep knowledge की तरफ जाइए, अच्छा knowledge होगा, then you can get success easily. But if you go to the cheap material, cheap books, then that will be very difficult for you to crack the exam, because RPSC knows how to test a student. RPSC को पता है स्टूडेंट को कैसे टेस्ट करना है. तो अच्छी बुक्स पढ़िए, ऑथेंटिक बुक्स पढ़िए. There are resources available on internet. You can get help from there. ਸਹੀ ਗੱਲ ਹੈ ਕਿ ਜਿਹੜਾ ਆਪਾਂ ਜੋ ਵੀ ਮਟੀਰੀਅਲ ਪੜ੍ਹ ਰਹੇ ਹਾਂ, ਜੋ ਵੀ ਨੋਟਸ ਪੜ੍ਹ ਰਹੇ ਹਾਂ, ਉਹ ਮਿਆਰੀ ਹੋਣੇ ਚਾਹੀਦੇ ਹੈ. ਔਰ ਜਿਸ ਤਰੀਕੇ ਦਾ ਪੰਜਾਬੀ ਦਾ ਪੇਪਰ ਆ ਰਿਹਾ ਹੈ, ਉਹ ਤਾਂ ਬਹੁਤ ਹਾਈ ਲੈਵਲ ਦਾ ਪੇਪਰ ਆ ਰਿਹਾ ਹੈ. ਤਾਂ ਆਪਣੇ ਰਿਸੋਰਸ ਬੁੱਕ ਹੈ, ਵਧੀਆ ਵਧੀਆ ਕਿਤਾਬਾਂ ਹੈ, ਉਹਨੂੰ ਹੀ ਪੜ੍ਹਿਆ ਜਾਵੇ. ਇਸ ਤੋਂ ਸੰਬੰਧਿਤ ਬੁੱਕ ਲਿਸਟ ਹੈ, ਉਹ ਬਣਾਈ ਹੋਈ ਹੈ ਫਸਟ ਗ੍ਰੇਡ ਵਾਸਤੇ. ਚੰਗੀਆਂ ਚੰਗੀਆਂ ਬੁੱਕਾਂ ਛਾਂਟੀਆਂ ਗਈਆਂ ਔਰ ਉਹਦੇ 'ਚ ਜੋੜੀਆਂ ਗਈਆਂ. ਇਹੀ ਆਪਣੇ ਪ੍ਰੋਫੈਸਰ ਸਾਹਿਬ ਦਾ ਵਿਚਾਰ ਹੈ ਕਿ ਚੰਗੀਆਂ ਕਿਤਾਬਾਂ ਪੜ੍ਹੀਆਂ ਜਾਣ, ਢੰਗ ਦੀਆਂ ਕਿਤਾਬਾਂ ਪੜ੍ਹੀਆਂ ਜਾਣ. ਕਿਉਂਕਿ ਜਿਹੜਾ ਪੇਪਰ ਬਣਾਉਣ ਵਾਲਾ ਵੀ ਕੀ ਕਰੂਗਾ, ਉਹ ਵੀ ਚੰਗੀਆਂ ਚੰਗੀਆਂ ਕਿਤਾਬਾਂ ਲੈ ਕੇ ਜਾਊਗਾ. पेपर सेटर के पास में लाइब्रेरी है, ही हैज़ अ ह्यूज लाइब्रेरी इन फ्रंट ऑफ हिम. जो वो हाँ. पेपर बना रहेगा तो उस लाइब्रेरी से लेगा, वो किसी गाइड से पेपर नहीं बनाएगा. उसके पास लाइब्रेरी है और अच्छी रिसोर्सेज है उसके पास. तो आपको भी उन्हीं रिसोर्सेज के पास जाना है. वही रिसोर्सेज वो नेट पर ऑनलाइन अवेलेबल भी है, आपको बुक शॉप पे नहीं मिलते हैं. यू कैन डाउनलोड देन फॉर फ्री. दे आर एब्सोल्युटली फ्री. यू जस्ट नीड टू हैव हंगर फॉर नॉलेज. आपको नॉलेज की भूख होनी चाहिए. मटेरियल बहुत अवेलेबल है, ऑनलाइन अवेलेबल है, आपको मार्केट में मिल जाएगा. ਹਾਂ, ਇਹ ਗੱਲ ਸਹੀ ਹੈ ਕਿ ਅੰਗਰੇਜ਼ੀ ਲਈ ਕਿਉਂਕਿ ਬਹੁਤ ਇੰਟਰਨੈਸ਼ਨਲ ਲੈਂਗੁਏਜ ਹੈਗੀ ਹੈ, ਤੇ ਪੰਜਾਬੀਆਂ ਦੀ ਅਗਰ ਕਹਿ ਲਈਏ, ਮੈਂ ਪੰਜਾਬੀ ਤੋਂ ਬਾਅਦ ਸਭ ਤੋਂ ਜ਼ਿਆਦਾ ਉਹ ਪਿਆਰ ਅਗਰ ਕਿਸੇ ਭਾਸ਼ਾ ਨੂੰ ਕਰਦੇ ਹੈਗੇ ਤਾਂ ਆਪਣੇ ਹਿੰਦੀ ਦੇ ਨਾਲ ਨਾਲ ਅੰਗਰੇਜ਼ੀ ਨੂੰ ਵੀ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਆ, ਮੋਏ ਹੋਏ. ਇਸੇ ਕਾਰਨ ਆਈਲੈਟਸ ਹੈ, ਬਹੁਤ ਜ਼ਿਆਦਾ ਪੰਜਾਬੀ ਹੈ ਉਹ ਕਰ ਰਹੇ ਹੈਗੇ ਆ. ਔਰ ਇਸੇ ਕਾਰਨ ਮੈਂ ਆਹੀ ਗੱਲ ਸੋਚਿਆ ਸੀ ਕਿ ਕਿਉਂ ਨਾ ਇੱਕ ਅੰਗਰੇਜ਼ੀ ਦਾ ਜਿਹੜਾ ਪ੍ਰੋਫੈਸਰ ਹੈ ਉਹਨੂੰ ਬੁਲਾਇਆ ਜਾਵੇ. ਜਿਹੜੀ ਗੱਲ ਸਰ ਨੇ ਹੁਣੀ ਦੱਸੀ ਹੈ ਕਿ ਆਪਾਂ ਨੂੰ ਮਿਆਰੀ ਨੋਟਸ ਤਿਆਰ ਕਰੀਏ, ਮਿਆਰੀ ਕਿਤਾਬਾਂ ਪੜ੍ਹੀਏ, ਸਟੈਂਡਰਡ ਦੀਆਂ ਕਿਤਾਬਾਂ ਪੜ੍ਹੀਏ, ਵਧੀਆ ਵਧੀਆ ਕਿਤਾਬਾਂ ਪੜ੍ਹੀਏ, ਤਾਂ ਕਿ ਉਹਦੇ ਵਿੱਚੋਂ ਪੇਪਰਾਂ ਦੀ ਸੰਭਾਵਨਾ ਹੈ ਜਿਹੜੀ ਵਧੀਆ ਰਹਿੰਦੀ. ਔਰ ਵਾਵਾ ਗਹਿਰਾ ਪੜ੍ਹੀਏ, ਚੰਗੀ ਤਰ੍ਹਾਂ ਪੜ੍ਹੀਏ, ਡੀਪ ਜੋ ਹੈ ਉਸ ਨੂੰ ਪੜ੍ਹਿਆ ਜਾਵੇ. ਅਗਲਾ ਸਵਾਲ ਸਰ ਆ ਹੈ ਟਾਈਮ ਮੈਨੇਜਮੈਂਟ ਤੋਂ ਸੰਬੰਧਿਤ, ਕਿਉਂਕਿ ਅੱਜ ਕੱਲ੍ਹ ਕੀ ਹੈ ਕਿ ਸਮਾਂ ਹੈ, ਬੱਚੇ ਕੀ ਕਰਦੇ ਆ ਕਿ ਕਦੇ ਮੋਬਾਈਲ 'ਚ ਲਗਾ ਲਿਆ, ਕਦੇ ਇੱਧਰ ਘੁੰਮਣ ਫਿਰਨ ਚਲੇ ਗਏ, ਕਦੇ ਕਿੱਧਰਲੇ ਪਾਸੇ ਚਲੇ ਗਏ, ਇਸ ਤਰੀਕੇ ਦਾ ਰਹਿੰਦੇ. ਟਾਈਮ ਮੈਨੇਜ ਕਿਵੇਂ ਕਰੀਏ, ਕਿਉਂਕਿ ਹੁਣ ਸਮਾਂ ਹੈ, ਵੈਕੈਂਸੀ ਜੋ ਆ ਚੁੱਕੀ ਹੈ, ਔਰ ਉਸ ਤੋਂ ਬਾਅਦ ਬੱਚਾ ਕਿਸ ਤਰੀਕੇ ਨਾਲ ਟਾਈਮ ਮੈਨੇਜਮੈਂਟ ਕਰੇਗਾ ਆਪਣਾ. Now when the vacancy is out, you don't even have a single day to waste. एक दिन भी आप बर्बाद नहीं कर सकते. आप you need to be focused on your study. All जितनी भी चीज़ें हैं आपको जो डिस्टर्ब करती है स्टडी से, वो दूर करनी पड़ेगी. चाहे वो सोशल मीडिया है, दूसरी चीज़ें हैं, उनसे दूर रहना पड़ेगा. You have to focus and you have to make your schedule. शेड्यूल बनाना पड़ेगा आपको. रेगुलर कंसिस्टेंसी इज द मस्ट. कंसिस्टेंट होके ही आपको स्टडी करनी पड़ेगी. देन यू कैन गेट योर डिजायर्ड रिजल्ट. यू हैव टू बी फोकस्ड ऑन योर टारगेट. मेक शेड्यूल, मेक टाइम टेबल एंड बी कंसिस्टेंट ऑन योर स्टडी. लगातार तैयारी कीजिए और जो टाइम चाहिए स्टडी को वो दीजिए. ਬਿਲਕੁਲ ਬਹੁਤ ਹੀ ਵਧੀਆ ਵਿਚਾਰ ਰੱਖੇ ਹੈ ਕਿ ਆਪਾਂ ਨਾ ਮੋਬਾਈਲ ਦੇ ਬਹੁਤ ਜ਼ਿਆਦਾ ਆਦੀ ਹੋ ਚੁੱਕੇ ਹਾਂ. ਜੇ ਆਪਾਂ ਨੂੰ ਕੁਝ ਬਣਨਾ ਹੈ, ਕੁਝ ਲੱਗਣਾ ਹੈ, ਤਾਂ ਮੋਬਾਈਲ ਤੋਂ ਦੂਰ ਰਹਿਣਾ ਪਵੇਗਾ. ਔਰ ਆਪਣੀ ਸਮੇਂ ਵੰਡ ਹੈ ਉਹ ਤੁਸੀਂ ਵਧੀਆ ਕਰੋ. ਤੁਸੀਂ ਭਾਵੇਂ ਰਾਤੀ ਪੜ੍ਹਦੇ ਹੋ, ਦਿਨੇ ਪੜ੍ਹਦੇ ਹੋ, ਸਵੇਰੇ ਪੜ੍ਹਦੇ ਹੋ, ਸ਼ਾਮੀ ਪੜ੍ਹਦੇ ਹੋ, ਆ ਮੈਟਰ ਨਹੀਂ ਰੱਖਦਾ. ਪਰ ਜਦੋਂ ਤੁਸੀਂ ਪੜ੍ਹਦੇ ਹੋ ਨਾ, ਉਦੋਂ ਬਸ ਪੜ੍ਹਦੇ ਹੋ, ਟਿਕਾ ਕੇ ਪੜ੍ਹਦੇ ਹੋ. ਇਹ ਜਿਹੜੀ ਚੀਜ਼ ਹੈ ਬਹੁਤ ਲਾਹੇਵੰਦ ਹੈ ਆਪਣੇ ਲਈ. ਤਾਂ ਪੂਰਾ ਟਾਈਮ ਮੈਨੇਜਮੈਂਟ ਆ ਉਹ ਬਿਲਕੁਲ ਸਹੀ ਤਰੀਕੇ ਨਾਲ ਕਰੋ. ਫਾਲਤੂ ਦੀਆਂ ਗੱਲਾਂ 'ਚ, ਫਾਲਤੂ ਦੀਆਂ ਕੰਮਾਂ ਦੇ ਵਿੱਚ ਔਰ ਫਾਲਤੂ ਮੋਬਾਈਲ ਵਗੈਰਾ, ਫਾਲਤੂ ਦੀ ਐਕਟੀਵਿਟੀ ਹੈ ਉਹ ਤੁਹਾਨੂੰ ਛੱਡਣੀ ਪਵੇਗੀ. ਔਰ ਸਿਰਫ ਇੱਕ ਹੀ ਟੀਚਾ ਤੁਹਾਡੇ ਸਾਹਮਣੇ ਹੋਣਾ ਚਾਹੀਦਾ ਹੈ ਕਿ ਅਸੀਂ ਪੜ੍ਹਨਾ ਹੈ ਔਰ ਪੜ੍ਹ ਕੇ ਲੈਕਚਰਰ ਲੱਗਣਾ ਹੈਗਾ. ਅਗਲਾ ਹੋਰ ਸਵਾਲ ਮੇਰੇ ਮਨ 'ਚ ਆਉਂਦਾ ਹੈ ਕਿ ਸਰ ਖੁੱਲ੍ਹਾ ਜਿਹਾ ਸਵਾਲ ਹੈ ਤੁਹਾਡੇ ਲਈ ਕਿ ਬੱਚਿਆਂ ਲਈ ਕੀ ਸੁਝਾਅ ਦੇਣਾ ਚਾਹੋਗੇ ਤੁਸੀਂ? ਕੀ ਸੁਜੈਸ਼ਨ ਹੋਵੇਗਾ ਬਈ ਉਹ ਕਿਹਨਾਂ ਚੀਜ਼ਾਂ ਨੂੰ ਧਿਆਨ ਰੱਖਣ ਜਾਂ ਕਿਹੜੇ ਸੁਝਾਅ ਹੈ ਉਹਨਾਂ ਲਈ ਲਾਹੇਵੰਦ ਰਹਿਣਗੇ? Now, first thing that is the most important thing is that your study material, which you are from where you are studying, आपका जो study material है, it should be from, as I told earlier, from the authentic source. पहली चीज़ तो जो आप study कर रहे हैं वो authentic source से हो.
और उसके बाद बिकॉज इफ यू आर प्रिपेयरिंग फॉर स्पेशली फॉर इंग्लिश, अगर इंग्लिश की प्रेपरेशन कर रहे हो, देर आर ऑनलाइन मटेरियल्स अवेलेबल. अब जैसे सिलेबस की बात करें फॉर द फर्स्ट ग्रेड सिलेबस, देर आर प्लेज नॉवेल्स इन द सिलेबस. फर्स्ट ग्रेड के सिलेबस में देर आर टू नॉवेल्स, टू प्लेज फ्रॉम शेक्सपियर, just like As You Like It and Macbeth. You will have these two plays. It was in old syllabus. The new syllabus is not out yet. Macbeth and As You Like It. When you are studying them, don't just read their summary. Summary से नहीं होगा. You should have deep knowledge. तो उसके लिए you should read the complete text. और text read करना, it is boring and difficult. There are videos, movies available on these plays. You should watch movies that are available on the internet. You should watch movie Macbeth As You Like It. You have in your syllabus the Mayor of Casterbridge. You can watch the movie of the Mayor of the Casterbridge. तो ये मूवीज़ है, आपकी स्टडी को इंटरेस्टिंग भी बताएंगे और आपके नॉलेज को डीप भी करेंगे. उसके बाद जहाँ तक आप बात करें नोट्स अगर कहीं से ढूंढना चाहे, तो देयर इज़ नो फिक्स नोट्स. यू विल हैव टू प्रिपेयर योर मटेरियल डिफरेंट फ्रॉम डिफरेंट बुक्स. अच्छी अच्छी बुक्स पढ़िए, उससे अपना मटेरियल इकट्ठे कीजिए. किसी एक नोट्स की तरफ मत भागिए. देयर इज नो सिंगुलर नोट्स विच कैन क्रिएट मिरेकल्स. ऐसा कोई नोट्स नहीं है. यू वॉन्ट फाइंड इट. जस्ट प्रिपेयर योर सेल्फ. गेट रिसोर्सेज फ्रॉम इंटरनेट. मूवीज देखिए, प्लेज देखिए जो आपके सिलेबस में है. You will get better knowledge from them. When you are for the play, the play is staged on the stage. अब प्ले को स्टेज पर देखोगे, दैट विल बी मोर एफिशिएंट. तो वो अवेलेबल है इंटरनेट पर. आप शेक्सपियर का मैकबेथ देखिए. अभी तक सिलेबस नहीं है, अभी स्टार्ट कर रहे हैं प्रेपरेशन. शेक्सपियर का मैकबेथ देखिए एंड वॉच देम इन इंग्लिश. इनिशियली इट माइट बी डिफिकल्ट फॉर यू. Don't run from English. When you are preparing for English lecture, don't study in Hindi. Initially, you might get it difficult, but later on, it will be easy. अगर English study कर रहे हैं, you will have to study in English. हिंदी के material में, हिंदी translation में मत भागिए. There are poems in the syllabus. Syllabus में जो poems है, don't read just their Hindi. Get knowledge of each and every word and every sentence. Deep knowledge. हर एक लाइन का, सेंटेंस का, वर्ड का यू शुड नो द मीनिंग एंड डीप मीनिंग. एंड यू शुड वॉच द मूवीज एंड वॉच द पोइम्स आल्सो. देयर आर पोइम्स आल्सो अवेलेबल. यू रीड देम अगेन एंड अगेन. यू शुड लर्न द पोइम्स. पोइम्स याद हो जानी चाहिए उनकी लाइन्स. और यू शुड गेट द नॉलेज ऑफ ईच एंड एवरी वर्ड. ये सब चीज़ें आपको होनी चाहिए. गो फॉर द डीप नॉलेज, डोंट जस्ट फॉर द सरफेस. सही गल है, ਆਪਾਂ ਨੂੰ ਡੀਪ ਨੌਲੇਜ ਹੋਣਾ ਚਾਹੀਦਾ ਹੈ. ਇੱਕ ਗੱਲ ਹੋਰ ਜਿਹੜੀ ਬਹੁਤ ਹੀ ਵਧੀਆ ਕਹੀ ਹੈ ਕਿ ਆਪਾਂ ਨਾ ਹੁਣ ਆਪਾਂ ਜੀਣਾ ਹੀ, ਜੇ ਆਪਾਂ ਅੰਗਰੇਜ਼ੀ ਦੀ ਤਿਆਰੀ ਕਰ ਰਹੇ ਹਾਂ ਤਾਂ ਅੰਗਰੇਜ਼ੀ ਲਈ ਤੁਸੀਂ ਮਾਰਗਦਰਸ਼ਨ ਲੈ ਸਕਦੇ ਹੋ ਸਾਡੇ ਸਰ ਦੇ, ਪ੍ਰੋਫੈਸਰ ਰਾਜਿੰਦਰ ਪ੍ਰਸਾਦ ਜੀ ਦੇ. ਲੰਬਾ ਅਨੁਭਵ ਰਿਹਾ ਇਹਨਾਂ ਦਾ. 17 ਸਾਲ ਦੀ ਇਹਨਾਂ ਦੀ ਸਰਵਿਸ ਹੈਗੀ ਹੈ. ਥਰਡ ਗ੍ਰੇਡ ਵੀ ਰਹੇ, ਸੈਕੰਡ ਗ੍ਰੇਡ ਰਹੇ, ਫਸਟ ਗ੍ਰੇਡ ਰਹੇ. ਉਸ ਤੋਂ ਬਾਅਦ ਕਾਲਜ ਪੱਧਰ ਦੇ ਉੱਤੇ ਹੁਣੇ ਪ੍ਰੋਫੈਸਰ ਨੇ. ਕੋਈ ਵੀ ਅੰਗਰੇਜ਼ੀ ਦਾ ਤਿਆਰੀ ਕਰ ਰਿਹਾ, ਲੈਕਚਰ ਦੀ ਤਿਆਰੀ ਕਰ ਰਿਹਾ, ਤਾਂ ਇਹਨਾਂ ਲਈ ਤੁਸੀਂ ਇਹਨਾਂ ਨਾਲ ਕਦੇ ਵੀ ਗੱਲ ਕਰ ਸਕਦੇ ਹੋ. ਕੀ ਰਣਨੀਤੀ ਹੋਵੇ, ਕੀ ਮਾਰਗਦਰਸ਼ਨ ਹੋਵੇ, ਕਿਵੇਂ ਤਿਆਰੀ ਹੋਵੇ, ਇਸ ਤੋਂ ਜਾਣਕਾਰੀ ਲੈ ਸਕਦੇ ਹੋ. ਇੱਕ ਵਧੀਆ ਤਿਆਰੀ ਹੈ, ਤੁਸੀਂ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ. ਹੁਣ ਇੱਕ ਗੱਲ ਜਿਹੜੀ ਮੈਂ ਵੀ ਜੋੜਨਾ ਚਾਹਾਂਗਾ ਕਿ ਜਿਹੜਾ ਬੰਦਾ ਪੰਜਾਬੀ ਦੀ ਤਿਆਰੀ ਕਰ ਰਿਹਾ, ਲਿਟਰੇਚਰ ਕੀ ਹੈ, ਇੰਗਲਿਸ਼ ਵੀ ਲਿਟਰੇਚਰ ਹੈ, ਪੰਜਾਬੀ ਲਿਟਰੇਚਰ ਹੈ. ਲਿਟਰੇਚਰ ਜੋ ਤੁਸੀਂ ਪੜ੍ਹਦੇ ਹੋ ਨਾ, ਤੁਹਾਨੂੰ ਸਵਾਦ ਆਉਣਾ ਚਾਹੀਦਾ. ਭਾਵੇਂ ਤੁਸੀਂ ਕੋਈ ਵੀ ਲਿਟਰੇਚਰ ਪੜ੍ਹ ਰਹੇ ਹੋ, ਹਿੰਦੀ ਪੜ੍ਹੋ, ਇੰਗਲਿਸ਼ ਪੜ੍ਹੋ, ਪੰਜਾਬੀ ਪੜ੍ਹੋ. ਤੇ ਹੁਣ ਤੁਸੀਂ ਕਰਨਾ ਕੀ ਹੈ, ਤੁਸੀਂ ਹੁਣ ਜੇ ਗਾਣੇ ਵੀ ਸੁਣਨੇ ਹੈ ਜਾਂ ਕਵਿਤਾ ਵੀ ਸੁਣਨੀ ਹੈ ਤਾਂ ਉਹੀ ਕਵਿਤਾ ਸੁਣਨੀ ਹੈ ਜਿਹੜੀ ਤੁਹਾਡੀ ਸਿਲੇਬਸ ਦੇ ਅੰਦਰ ਹੈ. ਜੇ ਤੁਸੀਂ ਕੋਈ ਨਾਟਕ ਵੇਖ ਰਹੇ ਹੋ, ਨਾਵਲ ਵੇਖ ਰਹੇ ਹੋ, ਤੁਸੀਂ ਕਹਾਣੀ ਵੇਖ ਰਹੇ ਹੋ, ਤਾਂ ਤੁਹਾਨੂੰ ਉਹੀ ਕਹਾਣੀਕਾਰ, ਉਹੀ ਨਾਵਲਕਾਰ, ਉਹ ਸੂਫੀ ਫਕੀਰ, ਸੂਫੀਆਂ ਦੇ ਗਾਣੇ ਸੁਣ ਸਕਦੇ ਹੋ. ਤੁਸੀਂ ਆਪਣਾ ਟੈਸਟ ਹੈ ਨਾ ਥੋੜਾ ਬਦਲੋ. ਪਾਠਕ੍ਰਮ ਦੇ ਅੰਦਰ ਕਿਹੜੇ ਕਿਹੜੇ ਆਪਣੇ ਲਿਖਾਰੀ ਹੈਗੇ ਹੈ, ਉਹਨਾਂ ਲਿਖਾਰੀਆਂ ਦੀ ਲਿਖਤਾਂ ਨੂੰ ਪੜ੍ਹੀਏ. ਅਗਰ ਉਹ ਜਿਵੇਂ ਤੁਸੀਂ ਦੇਖੋਗੇ ਲੈਕਚਰ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਐਮਏ ਪੱਧਰ ਦੇ ਉੱਤੇ ਜਿੰਨੇ ਵੀ ਨਾਵਲ ਹੈਗੇ ਹੈ ਜਾਂ ਨਾਟਕ ਹੈਗੇ ਹੈ, ਤਾਂ ਉਹਨਾਂ 'ਚੋਂ ਕਾਫੀ ਨਾਵਲ ਜਾਂ ਨਾਟਕ, ਉਹਨਾਂ ਉੱਤੇ ਨਾਟਕ ਬਣੇ ਹੋਏ ਹੈ, ਫਿਲਮਾਂ ਬਣੀਆਂ ਹੋਈਆਂ. ਤੇ ਆਪਾਂ ਦੂਜੀਆਂ ਫਿਲਮਾਂ, ਦੂਜੇ ਨਾਟਕ ਵੇਖਣ ਦੀ ਬਜਾਏ, ਦੂਜੇ ਗਾਣੇ ਸੁਣਨ ਦੀ ਬਜਾਏ ਆਪਾਂ ਕੀ ਕਰੀਏ ਕਿ ਆਪਣੇ ਪਾਠਕ੍ਰਮ ਦੇ ਅੰਦਰ ਜੋ ਲਿਖਾਰੀ ਹੈ ਉਹਨਾਂ ਤੋਂ ਸੰਬੰਧਿਤ ਮਟੀਰੀਅਲ ਹੈ ਉਹ ਪੜ੍ਹੀਏ, ਦੇਖੀਏ, ਵਾਚੀਏ. ਆਪਾਂ ਨੂੰ ਲਿਟਰੇਚਰ ਨੂੰ ਜੀਣਾ ਹੈ. ਜਦੋਂ ਆਪਾਂ ਆਪਣੀ
ਸਾਹਿਤ ਨੂੰ ਜੀ ਲਿਆ, ਫਿਰ ਯਾਨੀ ਕਿ ਲੈਕਚਰਰ ਲੱਗਣਾ, ਪ੍ਰੋਫੈਸਰ ਲੱਗਣਾ ਜਾਂ ਫਿਰ ਮਾਸਟਰ ਲੱਗਣਾ ਕੋਈ ਵੱਡੀ ਗੱਲ नहीं है, क्योंकि Sir, ਤੁਸੀਂ जी उठे। हाँ जी जी इंग्लिश का सिलेबस तो है ही छोटा सा, देयर इज अ स्मॉल सिलेबस इन इंग्लिश एंड यू कैन इवन देन लर्न देम, आपको याद हो जाएगा, आपको 2 3 4 5 7, देयर इज नो काउंटिंग, यू हैव टू रिपीट दैट अगेन एंड बिकॉज सिलेबस इज वेरी स्मॉल, छोटा सा सिलेबस है, आपको बार बार करना होगा एंड यू गेट, उसको याद हो जाएगा आपको, बट जस्ट डोंट गो फॉर रूट लर्निंग, उसको याद ही नहीं करना है, साथ में यू हैव टू अंडरस्टैंड दैट, देयर शुड बी अंडरस्टैंडिंग, नॉट जस्ट रूट लर्निंग। तो छोटा सा सिलेबस है बट यू हैव टू रिवाइज इट अगेन एंड अगेन, बार बार करना पड़ेगा, यू डोंट इवन मिस ए सिंगल वर्ड और सेंटेंस, एक भी चीज उसमें आप मिस नहीं कर सकते, उसको बार बार रिपीट करना पड़ेगा। ਸਹੀ ਹੈ ਬਈ। ਆਪਾਂ ਜਦੋਂ ਤਿਆਰੀ ਕਰਦੇ ਹਾਂ, ਤਿਆਰੀ ਆਪਾਂ ਸ਼ੁਰੂਆਤ ਕਰਨੀ ਹੈ, ਹਰ ਚੀਜ਼ ਨੂੰ ਸਮਝਣਾ ਹੈ, ਰੱਟਣਾ ਨਹੀਂ ਹੈ, ਹਰ ਚੀਜ਼ ਨੂੰ ਸਮਝ ਲਿਆ, ਸਾਰੀ ਚੀਜ਼ ਨੂੰ ਸਮਝ ਲਿਆ, ਹੁਣ ਆਪਾਂ ਨੂੰ ਉਹ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਸਮਝ ਗਏ ਤਾਂ ਬਾਰ-ਬਾਰ ਰਿਵੀਜ਼ਨ ਵੀ ਲਗਾਉਣਾ ਪਊਗਾ। ਜੇ ਆਪਾਂ ਰਿਵੀਜ਼ਨ ਨਹੀਂ ਲਗਾਵਾਂਗੇ ਫਿਰ ਆਪਾਂ ਪੇਪਰ ਦੇ ਅੰਦਰ ਡਾਊਟ ਦੇ ਵਿੱਚ ਜਾਂਦੇ ਹਾਂ, ਕਿਉਂਕਿ ਪੇਪਰ 'ਚ ਡਾਊਟ ਹੋਣ ਦਾ ਇਹੀ ਚੀਜ਼ ਹੁੰਦਾ ਵੀ ਜਿਹਦੀ ਤਿਆਰੀ ਕਮਜ਼ੋਰ ਹੈ, ਜਿਹਦੀ ਰਿਵੀਜ਼ਨ ਘੱਟ ਹੈ, ਤਾਂ ਉਹ ਰਿਵੀਜ਼ਨ ਘੱਟ ਹੋਣ ਦੇ ਕਾਰਨ ਕੀ ਹੈ ਕਿ ਉਹਦੇ 50-50 ਵਾਲੇ ਕੁਐਸਚਨ ਉਹ ਜ਼ਿਆਦਾ ਵੱਧ ਜਾਂਦੇ हाँ, नेगेटिव मार्किंग हाँ। इसीलिए होती है बिकॉज यू डिड नॉट प्रिपेयर योरसेल्फ वेल, आपने अच्छी तरह से तैयारी नहीं की, इसीलिए नेगेटिव मार्किंग होती है। एक्सक्यूज होता है स्टूडेंट्स का कि नेगेटिव मार्किंग ज़्यादा होगी, इसीलिए नेगेटिव मार्किंग होती है बिकॉज देयर इज लैक इन योर लर्निंग एंड रिवीजन एंड इन दीज थिंग्स, ये चीज़ें कमी रह जाती है, आपने उसको कितना याद किया, रिवीजन किया, उसमें कमी की वजह से ही नेगेटिव मार्किंग। ਸਹੀ ਗੱਲ ਹੈ। ਜੇ ਨੈਗੇਟਿਵ ਮਾਰਕਿੰਗ ਤੋਂ ਬਚਣਾ ਹੈਗਾ ਔਰ ਉਹ ਕਨਫਿਊਜ਼ਨਾਂ ਤੋਂ ਬਚਣਾ ਹੈਗਾ, ਸ਼ੰਕੇ ਆ ਜਾਂਦੇ ਹੈ ਔਰ ਕਈਆਂ ਦੇ ਤਾਂ 50-50 ਵਾਲੇ ਬਹੁਤ ਸਾਰੇ ਕੁਐਸਚਨ ਹੁੰਦੇ ਆ, 20-25% ਤੋਂ ਵੀ ਉੱਤੇ 50-50 ਵਾਲੇ ਕੁਐਸਚਨ ਟੱਪ ਜਾਂਦੇ ਹੈ, ਤਾਂ ਇਹਦੀ ਕੰਡੀਸ਼ਨ ਆ ਜਾਂਦੀ ਹੈ ਕਿ ਹਰ ਯਾਨੀ ਤੀਜੇ ਚੌਥੇ ਪ੍ਰਸ਼ਨ ਉੱਤੇ ਆਪਾਂ ਨੂੰ ਡਾਊਟ ਹੈ, ਚਲੋ ਕੋਈ ਪ੍ਰਸ਼ਨ ਨਹੀਂ ਆਉਂਦਾ, ਆਪਾਂ ਨੂੰ ਪ੍ਰਸ਼ਨ ਆ ਹੀ ਨਹੀਂ ਰਿਹਾ, ਆਪਾਂ ਛੱਡਤਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਜਿਹੜਾ ਪ੍ਰਸ਼ਨ ਆ ਰਿਹਾ ਉਹਦੇ ਵਿੱਚ ਵੀ ਆਪਾਂ ਕਨਫਿਊਜ਼ ਹੈ, ਤਾਂ ਇਹਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਆਪਣੀ ਤਿਆਰੀ ਦੇ ਵਿੱਚ ਕਮਜ਼ੋਰੀ ਰਹੀ ਹੈ। ਇੱਕ ਦੀ ਵਾਰ ਕਮਜ਼ੋਰੀਆਂ ਕੋਈ ਵੀ ਨਹੀਂ ਛੱਡਣੀ, ਯਾਨੀ ਤਿਆਰੀ ਦੀ ਤਕੜੀ ਹੋਵੇ, ਕਿਸੇ ਪ੍ਰਕਾਰ ਦੀ ਕੋਈ ਕਮਜ਼ੋਰੀ ਨਾ ਹੋਵੇ, ਬਿਲਕੁਲ। ਜਦੋਂ ਆਪਾਂ ਮੈਦਾਨ 'ਚ ਉਤਰੀਏ ਤਾਂ ਯਾਨੀ ਕਿ ਫਤਿਹ ਕਰਕੇ ਛੱਡੀਏ, ਤੇ ਤਿਆਰੀ ਇਸ ਹਿਸਾਬ ਦੀ ਹੋਣੀ ਚਾਹੀਦੀ ਹੈ। ਹੋਰ ਕੋਈ ਗੱਲ ਜੋ ਰਹਿ ਗਈ ਹੋਵੇ, ਤੁਹਾਨੂੰ ਐਵੇਂ ਲੱਗਦਾ ਹੋਵੇ ਪ੍ਰੋਫੈਸਰ ਸਾਹਿਬ ਦੱਸਣ ਵਾਲੀ ਹੈ, ਤਾਂ ਜ਼ਰੂਰ ਆਪਣੇ ਉਹਨਾਂ ਨਾਲ ਸਾਂਝੀ ਕਰੋ ਦਰਸ਼ਕਾਂ ਨੂੰ। See, and students, just as I told earlier, this is a golden opportunity. Golden opportunity है, be focused, give your time and increase your knowledge. The exam will clear automatically. अपना knowledge बढ़ाइए। There Aristotle has said, Aristotle ने कहा है, there is only one good, knowledge, and one evil, ignorance. एक ही अच्छाई है ज्ञान और एक ही बुराई है अज्ञानता। Go to the exam hall with your knowledge, not with the evil of ignorance. अगर knowledge पूरा नहीं है तो that is not good for you and for your exam. ਸਹੀ ਗੱਲ ਹੈ, ਕਿਉਂਕਿ ਤੁਸੀਂ ਲੈਕਚਰਰ ਲੱਗਣਾ ਹੈ ਔਰ ਲੈਕਚਰਰ ਦੀ ਅਗਰ ਗੱਲ ਕਰੀਏ ਤਾਂ ਉਹ ਨੌਲੇਜ ਵਾਲਾ ਬੰਦਾ ਹੁੰਦਾ ਹੈਗਾ, ਤੇ ਹੁਣ ਦਬ ਕੇ ਤਿਆਰੀ ਕਰਨੀ ਹੈ, ਕਿਸੇ ਪ੍ਰਕਾਰ ਦੇ ਕੋਈ ਵੀ ਸ਼ੰਕੇ ਡਾਊਟਸ ਵਗੈਰਾ ਉਹਨਾਂ ਸਾਰਿਆਂ ਨੂੰ ਖਤਮ ਕਰਨਾ ਹੈ, ਇੰਨੀ ਵਧੀਆ ਤਿਆਰੀ ਕਰਨੀ ਹੈ ਕਿ ਪੇਪਰ ਵੀ ਆਵੇ ਨਾ ਤਾਂ ਆਪਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ, ਪੇਪਰ ਜਿੱਧਰਲੇ ਪਾਸੋਂ ਮਰਜ਼ੀ ਆ ਜਾਈਏ, ਆਪਾਂ ਆਪਣੀ ਬੇੜੀ ਹੈ ਜੋ ਪਾਰ ਕਰ ਲੈਣੀ ਹੈਗੀ ਹੈ। ਹੋਰ ਕੋਈ ਗੱਲ ਰਹਿੰਦੀ ਹੋਵੇ ਤਾਂ Give your maximum time through your preparation and just don't waste your time. Just start from just today, not even from tomorrow. ਹਾਂ It's a golden opportunity. ਹਾਂ, ਕੱਲ ਦੇ ਉੱਤੇ ਡਿਪੈਂਡ ਨਾ ਰਹੋ, ਕਿਉਂਕਿ ਦੇਖਿਆ ਜਾਵੇ ਅੰਗਰੇਜ਼ੀ ਲਿਟਰੇਚਰ ਦੀਆਂ 325 ਸਾਮੀਆਂ ਆਈਆਂ ਨੇ। 325 ਸਰ ਬਹੁਤ ਵੱਡਾ ਫਿਗਰ ਹੈ 325। Yeah, you can't get these advertisement, these vacancies every day. बार बार नहीं आती. It takes time, and for some candidates it might be the last opportunity. Just prepare that in the way that I will have to crack this time, this exam. इस तरीके से तैयारी करो कि बस इसी बार क्लियर करना है. Don't leave it for next time because you don't know when the next vacancy will be there. ਸਹੀ ਗੱਲ ਹੈ, ਕਿਉਂਕਿ ਪ੍ਰੈਜ਼ੈਂਟ ਮੂਵਮੈਂਟ ਉਹਨੂੰ ਪਕੜਨਾ ਹੈ, ਪ੍ਰੈਜ਼ੈਂਟ ਨੂੰ ਜੀਣਾ ਹੈਗਾ। ਆਪਾਂ ਫਿਊਚਰ ਦੇ ਬਾਰੇ ਜ਼ਿਆਦਾ ਨਾ ਸੋਚੀਏ। ਹੁਣ ਵੈਕੈਂਸੀ ਆ ਗਈ ਹੈ, ਦਬ ਕੇ ਤਿਆਰੀ ਕਰੋ, ਲੱਗ ਜਾਓ, ਔਰ ਸਾਡੇ ਲਈ ਜੋ ਵੀ ਸੇਵਾ ਹੈ ਤੁਸੀਂ ਜਦੋਂ ਮਰਜ਼ੀ, ਯਾਨੀ ਕਿ ਜਿਹੜਾ ਥੰਬਨੇਲ ਹੈ, ਥੰਬਨੇਲ ਦੇ ਅੰਦਰ ਉੱਤੇ ਵੀ ਸਰ ਦੇ ਵੀ ਨੰਬਰ ਹੋਣਗੇ, ਮੇਰੇ ਵੀ ਨੰਬਰ ਹੋਣਗੇ, ਤਾਂ ਤੁਸੀਂ ਕੀ ਹੈ ਗੱਲ ਕਰ ਸਕਦੇ ਹੋ। ਅੰਗਰੇਜ਼ੀ ਲਿਟਰੇਚਰ ਦੀ ਅਗਰ ਕੋਈ ਬੱਚਾ ਤਿਆਰੀ ਕਰ ਰਿਹਾ, ਤੁਹਾਡਾ ਕੋਈ ਸਾਥੀ ਅਗਰ ਇੰਗਲਿਸ਼ ਲਿਟਰੇਚਰ ਦੀ ਤਿਆਰੀ ਕਰ ਰਿਹਾ, ਤਾਂ ਤੁਸੀਂ ਉਸ ਤੱਕ ਵੀਡੀਓ ਜ਼ਰੂਰ ਪਹੁੰਚਾਓ। ਔਰ ਆਪਾਂ ਇਸ ਨਾਲ ਇੱਕ ਟੀਚਰ ਨੂੰ ਮਿੱਥ ਕੇ ਚੱਲੀਏ ਔਰ ਲੈਕਚਰਰ ਬਣਨਾ ਹੀ ਬਣਨਾ ਹੈ। ਤਾਂ ਸਰ ਨਾਲ ਅਗਰ ਗੱਲ ਕਰਨਾ ਚਾਹੁੰਦੇ ਹੋ ਤਾਂ ਥੰਬਨੇਲ ਦੇ ਉੱਤੇ ਫੋਨ ਨੰਬਰ ਦਿੱਤਾ ਹੋਊਗਾ, ਔਰ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਵੀ ਹੈ ਜੋ ਥੰਬਨੇਲ ਉੱਤੇ ਦਿੱਤਾ ਹੈ।
ਮਾਰਗਦਰਸ਼ਨ ਹੈ ਤੁਸੀਂ ਲੈ ਸਕਦੇ ਹੋ। ਇਹ ਸਿਰਫ ਸੇਵਾ ਹੈ ਸਾਡੇ ਵੱਲੋਂ ਤੁਹਾਡੇ ਲਈ, ਤਾਂ ਕਿ ਹਰ ਇੱਕ ਬੱਚਾ ਹੈ ਉਹਦਾ ਇੱਕ ਸੁਪਨਾ ਹੁੰਦਾ ਹੈ, ਉਹ ਸੁਪਨਾ ਸੱਚ ਹੋ ਜਾਵੇ। ਤੇ ਅਸੀਂ ਵੀ ਇਹ ਚਾਹਾਂਗੇ ਕਿ ਵਾਕਈ ਹੀ ਪ੍ਰਮਾਤਮਾ ਰੱਬ ਤੁਹਾਡੇ ਸੁਪਨੇ ਹੈ ਜੋ ਸੱਚ ਕਰੇ। ਧੰਨਵਾਦ ਸਾਥੀਓ। Thank you, Kuldeep ji, for inviting me.